ਚਾਹੇ ਉਹ ਇਨਸਾਨ ਹੋਵੇ, ਚਾਹੇ ਉਹ ਮੱਛੀਆਂ ਹੋਣ, ਚਾਹੇ ਉਹ ਲਾਈਟ ਹੋਵੇ, ਚਾਹੇ ਉਹ ਸਾਊਂਡ ਹੋਵੇ। ਹਰ ਚੀਜ਼ ਨੂੰ ਆਪਦੇ ਆਪ ਨੂੰ ਜਾਰੀ ਰੱਖਣ ਦੇ ਲਈ, ਚੱਲਦੇ ਰਹਿਣ ਲਈ, ਜਿਉਂਦੇ ਰਹਿਣ ਲਈ ਬੇਟਾ ਇੱਕ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਪੈਂਦੀ ਆ, ਉਹ ਹੈ ਮੀਡੀਅਮ। ਯੈਸ ਬੇਟਾ, ਲਾਈਟ ਨੂੰ ਵੀ ਚੱਲਣ ਲਈ ਮੀਡੀਅਮ ਦੀ ਜ਼ਰੂਰਤ ਹੁੰਦੀ ਆ, ਸਾਊਂਡ ਨੂੰ ਚੱਲਣ ਲਈ ਵੀ ਮੀਡੀਅਮ ਦੀ ਜ਼ਰੂਰਤ ਹੁੰਦੀ ਆ। ਹਾਂ ਬੇਟਾ, ਇਨਸਾਨ ਨੂੰ ਜਿਉਣ ਲਈ ਵੀ ਮੀਡੀਅਮ ਦੀ ਜ਼ਰੂਰਤ ਆ, ਅਤੇ ਉਹ ਮੀਡੀਅਮ ਕੀ ਆ? ਹਵਾ। ਅਤੇ ਮੱਛੀਆਂ ਨੂੰ ਵੀ ਜਿਉਣ ਦੇ ਲਈ ਮੀਡੀਅਮ ਦੀ ਜ਼ਰੂਰਤ ਆ ਬੇਟਾ, ਅਤੇ ਉਹ ਮੀਡੀਅਮ ਕੀ ਆ? ਪਾਣੀ। ਤੁਸੀਂ ਸੋਚਦੇ ਹੋਵੋਗੇ ਕਿ ਅੱਜ ਇਹ ਮੀਡੀਅਮ ਦੀਆਂ ਗੱਲਾਂ, ਪਾਣੀ ਦੀਆਂ ਗੱਲਾਂ, ਲਾਈਟ ਦੀਆਂ ਗੱਲਾਂ ਕਿਵੇਂ ਹੋ ਰਹੀਆਂ ਨੇ? ਹਾਂ ਬੇਟਾ, ਇਹ ਮੀਡੀਅਮ ਦੀ ਗੱਲ ਅੱਜ ਦੇ ਲੈਕਚਰ ਦੇ ਨਾਲ ਬਹੁਤ ਜ਼ਿਆਦਾ ਜ਼ੋਰ ਦੀ ਜੁੜੀ ਹੋਈ ਆ, ਅਤੇ ਇਹਨੂੰ ਲੱਭਣ ਦੇ ਲਈ ਕੀ ਰੀਜ਼ਨ ਆ, ਕਿਉਂ ਆਪਾਂ ਮੀਡੀਅਮ ਯੂਜ਼ ਕਰਨਾ, ਉਹਨੂੰ ਅੱਗੇ ਆਪਾਂ ਸ਼ੁਰੂ ਕਰਦੇ ਹਾਂ। ਅਤੇ ਮੇਰਾ ਨਾਮ ਹੈ ਅਰਸ਼ਦੀਪ, ਅਤੇ ਤੁਹਾਡਾ ਸਭ ਦਾ ਸਵਾਗਤ ਹੈ ਪਿਆਰੇ ਜਿਹੇ ਚੈਨਲ PCM ਕੁਆਂਟਮ ਅਕੈਡਮੀ ਦੇ ਵਿੱਚ। ਤੁਸੀਂ ਸਭ ਦੇਖਿਆ ਸੀ ਬੇਟਾ ਪਿਛਲੇ ਲੈਕਚਰ ਦੇ ਵਿੱਚ ਕਿ ਦੋ ਚਾਰਜਾਂ ਵਿਚਕਾਰ ਫੋਰਸ ਲੱਗਦੀ ਆ, ਉਹ ਫੋਰਸ ਕਿੰਨੀ ਆ, ਮਤਲਬ ਉਹਦਾ ਮੈਗਨੀਟਿਊਡ ਕਿੰਨਾ ਵਾ, ਉਹਨੂੰ ਕੈਲਕੂਲੇਟ ਕਰਨ ਵਿੱਚ ਹੈਲਪ ਕੀਤੀ ਸੀ ਇੱਕ ਲਾਅ ਨੇ, ਅਤੇ ਉਹ ਲਾਅ ਦਾ ਨਾਮ ਸੀ ਬੇਟਾ ਕੂਲਮਸ ਲਾਅ। ਯੈਸ, with the help of Coulomb's law we are able to find the magnitude of force between 2 point charges। अगर साढ़े को 2 point चार्ज ने तो उन्होंने विचकार जो फोर्स लग रही आ, वो फोर्स कितनी आ, उसनों बेटा कूलम्स लॉ की हैल्प राही कैलकुलेट किया जा सकता वा। तो किमें कैलकुलेट किया? सपोज दैट तुहाडे को दो चार्ज ने Q1 आ, एक Q2 आ, ये 2 point चार्ज ने, ਇਹਨਾਂ ਦੋਨਾਂ ਵਿਚਕਾਰ ਜੋ ਡਿਸਟੈਂਸ ਆ ਬੇਟਾ ਉਹ ਹੈਗੀ ਆ r, ਅਤੇ ਫੋਰਸ ਨੂੰ ਕੈਲਕੂਲੇਟ ਕਰਨ ਦਾ ਫਾਰਮੂਲਾ ਕੀ ਸੀ? ਅਤੇ ਫਾਰਮੂਲਾ ਸੀ F ਇਜ਼ ਇਕੁਅਲ ਟੂ 1/4 ਪਾਈ ਐਪਸਲਨ ਨਾਟ Q1 Q2 ਅਪੋਨ r ਸਕੇਅਰ, ਜਿਹਦੇ ਵਿੱਚ ਬੇਟਾ ਜੋ ਐਪਸਲਨ ਨਾਟ ਆ ਇਹਨੂੰ ਬੇਟਾ ਅਸੀਂ ਕਿਹਾ ਸੀ ਐਬਸਲਿਊਟ ਪਰਮਿਟਿਵਿਟੀ ਆਫ ਫ੍ਰੀ ਸਪੇਸ। ਫ੍ਰੀ ਸਪੇਸ ਨੂੰ ਬੇਟਾ ਅਸੀਂ ਵੈਕਿਊਮ ਵੀ ਕਹਿੰਦੇ ਆ। ਅਤੇ ਆਪਣਾ ਅੱਜ ਦਾ ਸਵਾਲ ਇਹੀ ਆ, ਇਹ ਸਵਾਲ ਉੱਠਦਾ ਕਿ ਠੀਕ ਹੈ ਜੀ Q1 Q2 ਨੂੰ ਮਲਟੀਪਲਾਈ ਕਰ ਦਿਓ, ਡਿਸਟੈਂਸ ਦੇ ਨਾਲ ਡਿਵਾਈਡ ਕਰ ਦਿਓ ਤਾਂ ਸਾਨੂੰ ਫੋਰਸ ਨਿਕਲ ਆਊਗੀ, ਪਰ ਇਹ ਐਬਸਲਿਊਟ ਨਾਟ ਦਾ, ਜਿਹਨੂੰ ਆਪਾਂ ਐਪਸਲਨ ਨਾਟ ਕਹਿੰਦੇ ਆ, ਜੇ ਐਬਸਲਿਊਟ ਪਰਮਿਟਿਵਿਟੀ ਕਹਿੰਦੇ ਆ ਬੇਟਾ, ਇਹਦਾ ਕੀ ਪਰਪਸ ਆ? ਇਹ ਐਬਸਲਿਊਟ ਪਰਮਿਟਿਵਿਟੀ ਦਾ ਕੀ ਰੋਲ ਆ ਇਸ ਫਾਰਮੂਲੇ ਦੇ ਵਿੱਚ? ਇਹੀ ਸਵਾਲ ਨੂੰ ਲੈ ਕੇ ਅੱਜ ਆਪਾਂ ਆਪਦੇ ਲੈਕਚਰ ਨੂੰ ਕੰਟੀਨਿਊ ਕਰਦੇ ਹਾਂ। ਹਾਂਜੀ, ਹੁਣ ਆਪਣਾ ਸਵਾਲ ਹੈ what is purpose of absolute permittivity or epsilon naught? epsilon naught ਦੀ ਕੀ ਜ਼ਰੂਰਤ ਆ, ਇਹਦਾ ਕੀ ਸਿਗਨੀਫਿਕੈਂਸ ਆ, ਇਹਦਾ ਕੀ ਪਰਪਸ ਆ? ਇਹਨੂੰ ਸਮਝਣ ਦੇ ਲਈ ਬੇਟਾ ਆਪਾਂ ਇੱਕ ਐਗਜ਼ਾਮਪਲ ਲੈਂਦੇ ਆ, ਤੇ ਉਹ ਐਗਜ਼ਾਮਪਲ ਨੂੰ ਕੰਟੀਨਿਊ ਕਰਕੇ ਐਪਸਲਨ ਨਾਟ, ਜਿਹਨੂੰ ਆਪਾਂ ਐਬਸਲਿਊਟ ਪਰਮਿਟਿਵਿਟੀ ਕਹਿੰਦੇ ਆ, ਉਹਦੇ ਸਿਗਨੀਫਿਕੈਂਸ ਨੂੰ ਸਮਝਾਂਗੇ। ਸਪੋਜ਼ ਦੈਟ ਬੇਟਾ ਇੱਕ ਇਨਸਾਨ ਆ, ਇੱਕ ਹੈਗੀ ਆ ਫਿਸ਼, ਤੇ ਬੇਟਾ ਇਨਸਾਨ ਨੂੰ ਜਿਉਂਦੇ ਰਹਿਣ ਲਈ ਜ਼ਰੂਰਤ ਹੁੰਦੀ ਆ ਏਅਰ ਦੀ, ਤੇ ਮੱਛੀ ਨੂੰ ਬੇਟਾ ਜਿਉਂਦੇ ਰਹਿਣ ਲਈ ਜ਼ਰੂਰਤ ਪੈਂਦੀ ਆ ਵਾਟਰ ਦੀ। ਯਾਨੀ ਕਿ ਇਹ ਏਅਰ ਤੇ ਇਹ ਵਾਟਰ, ਇਹ ਇਨਸਾਨ ਤੇ ਮੱਛੀ ਲਈ ਕਿਸ ਚੀਜ਼ ਦਾ ਕੰਮ ਕਰਦਾ? ਇਹ ਕੰਮ ਕਰਦਾ ਵਾ ਬੇਟਾ ਮੀਡੀਅਮ ਦਾ। ਯੈਸ, ਮੀਡੀਅਮ ਉਹ ਚੀਜ਼ ਜਿਹਦੇ ਵਿੱਚ ਇਹ ਇਨਸਾਨ ਤੇ ਮੱਛੀਆਂ ਬੇਟਾ ਜਿਉਂ ਰਹੀਆਂ ਨੇ। ਹੁਣ ਆਪਣਾ ਸਵਾਲ ਕੀ ਆ? ਸਵਾਲ ਆ ਕੀ ਹੋਊਗਾ ਬੇਟਾ ਅਗਰ ਆਪਾਂ ਇਹਨਾਂ ਮੀਡੀਅਮ ਨੂੰ ਰਿਪਲੇਸ ਕਰ ਦਈਏ? ਅਗਰ ਇਨਸਾਨ ਨੂੰ ਜਾ ਕੇ ਪਾਣੀ ਸਿੱਟ ਦਈਏ ਤੇ ਮੱਛੀ ਨੂੰ ਜਾ ਕੇ ਹਵਾ 'ਚ ਲੈ ਜਾਈਏ, ਕਿ ਇਹਨਾਂ ਦੀ ਲਾਈਫ ਦੇ ਉੱਪਰ ਕੋਈ ਅਸਰ ਪਊਗਾ? ਕਿ ਇਹ ਲਾਈਫ ਨੂੰ ਇਫੈਕਟ ਕਰੂਗਾ? ਯੈਸ ਬੇਟਾ, ਲਾਈਫ ਦੇ ਉੱਪਰ ਅਸਰ ਪਊਗਾ। ਕਿ ਇਹ ਚੀਜ਼ ਜਿਹੜੀ ਆਪਾਂ ਮੀਡੀਅਮ ਨੂੰ ਚੇਂਜ ਕਰੇ ਤੇ ਆਪਾਂ ਨੂੰ ਦਿਖਾਈ ਦਿੱਤੀ ਆ, ਕਿ ਇਹ ਚੀਜ਼ ਚਾਰਜਸ ਦੇ ਉੱਪਰ ਅਪਲਾਈ ਹੁੰਦੀ ਆ। ਯੈਸ, ਹਾਂਜੀ, ਇਹੀ ਸੇਮ ਚੀਜ਼ ਬੇਟਾ ਹੁੰਦੀ ਆ ਚਾਰਜਸ ਦੇ ਨਾਲ ਵੀ। ਅਗਰ ਆਪਾਂ ਚਾਰਜਸ ਦਾ ਮੀਡੀਅਮ ਚੇਂਜ ਕਰਦੇ, ਇਹਦਾ ਮਤਲਬ ਕੀ ਹੈ ਮੀਡੀਅਮ ਚੇਂਜ ਕਰਨ ਦਾ? ਇਹਦਾ ਮਤਲਬ ਆ ਕਿ ਮੰਨ ਲਓ ਬੇਟਾ ਦੋ ਚਾਰਜ ਜੋ ਕਿਤੇ ਪਏ ਨੇ, ਮੰਨ ਲਓ ਹਵਾ ਦੇ ਵਿੱਚ ਪਏ ਨੇ, ਅਗਰ ਮੈਂ ਇਹੀ ਦੋ ਚਾਰਜਸ ਨੂੰ ਚੱਕ ਕੇ ਪਾਣੀ ਦੇ ਵਿੱਚ ਰੱਖ ਦੇਵਾਂ ਤਾਂ ਜੋ ਫੋਰਸ ਇਹਨਾਂ ਦੋਨਾਂ ਚਾਰਜਾਂ ਦੇ ਵਿਚਕਾਰ ਲੱਗ ਰਹੀ ਆ, ਉਹ ਫੋਰਸ ਦੇ ਉੱਪਰ ਕੀ ਅਸਰ ਪਊਗਾ? ਕਿ ਉਹ ਫੋਰਸ ਪਹਿਲਾਂ ਨਾਲੋਂ ਘਟ ਜੂਗੀ ਜਾਂ ਉਹ ਫੋਰਸ ਪਹਿਲਾਂ ਦੇ ਨਾਲੋਂ ਵੱਧ ਜੂਗੀ? ਇਹ ਆਪਾਂ ਦੇਖਣਾ। So same thing is happens with charge also। ਇਹ same ਚੀਜ਼ ਚਾਰਜਾਂ ਨਾਲ ਵੀ ਹੁੰਦੀ ਆ। The force between two charges also depends upon where these charges are placed। ਹਾਂ ਬੇਟਾ, ਜੋ ਫੋਰਸ ਦੋ ਚਾਰਜਾਂ ਵਿਚਕਾਰ ਲੱਗਦੀ ਆ ਉਹ ਕਿਹੜੀ ਚੀਜ਼ ਤੇ ਡਿਪੈਂਡ ਕਰਦੀ ਆ? ਉਹ ਡਿਪੈਂਡ ਕਰਦੀ ਆ ਕਿ ਇਹ ਚਾਰਜ ਕਿੱਥੇ ਪਏ ਨੇ, ਮਤਲਬ ਉਹ ਚਾਰਜਾਂ ਦਾ ਮੀਡੀਅਮ ਕੀ ਆ। ਸੋ
if we change the medium between two charges then the force will also change। ਇਹਦਾ ਮਤਲਬ ਆ ਕਿ ਅਗਰ ਬੇਟਾ ਆਪਾਂ ਦੋ ਚਾਰਜਾਂ ਵਿਚਕਾਰਲੀ ਮੀਡੀਅਮ ਨੂੰ ਚੇਂਜ ਕਰ ਦਈਏ ਤਾਂ ਜੋ ਫੋਰਸ ਨਾ ਦੋਨਾਂ ਚਾਰਜਾਂ ਦੇ ਵਿਚਕਾਰ ਲੱਗ ਰਹੀ ਆ ਉਹ ਵੀ ਚੇਂਜ ਹੋ ਜਾਂਦੀ ਆ। ਤੇ ਉਹ ਕਿਵੇਂ ਹੁੰਦੀ ਆ ਉਹਨੂੰ ਆਪਾਂ ਹੁਣ ਇੱਕ ਐਗਜ਼ਾਮਪਲ ਦੇ ਨਾਲ ਬੇਟਾ ਕਲੀਅਰ ਕਰਦੇ ਆ, ਐਗਜ਼ਾਮਪਲ ਦੇ ਨਾਲ, ਠੀਕ ਹੈ ਜੀ। ਹਾਂ ਐਗਜ਼ਾਮਪਲ ਕੀ ਆ, ਮੰਨ ਲਓ ਤੁਹਾਡੇ ਕੋਲ ਬੇਟਾ ਦੋ ਚਾਰਜ ਨੇ, ਇੱਕ ਚਾਰਜ ਹੈ Q1 ਤੇ ਇੱਕ ਚਾਰਜ ਹੈ Q2। ਇੱਥੇ ਬੇਟਾ ਇਹ ਚਾਰਜ ਕਿਹਦੇ ਵਿੱਚ ਪਏ ਨੇ, ਜਾਂ ਤਾਂ ਇਹ ਚਾਰਜ 에ਅਰ ਵਿੱਚ ਪਏ ਆ ਜਾਂ ਬੇਟਾ ਕਹਿ ਲਓ ਵੈਕਿਊਮ ਦੇ ਵਿੱਚ ਪਏ ਨੇ, ਜਾਂ ਨੂੰ ਆਪਾਂ ਫ੍ਰੀ ਸਪੇਸ ਵੀ ਕਹਿ ਸਕਦੇ ਹਾਂ। ਇਸ ਨੂੰ ਬੇਟਾ ਅਸੀਂ ਕਿਹਾ ਮੀਡੀਅਮ ਨੰਬਰ 1। ਸੇਮ ਇਹੀ ਦੋ ਚਾਰजेस ਨੂੰ ਮੈਂ ਚੱਕਿਆ ਤੇ ਪਾਣੀ ਦੇ ਵਿੱਚ ਪਲੇਸ ਕਰ ਦਿੱਤਾ। ਹਾਂ ਬੇਟਾ ਇਹ ਹੈ ਮੀਡੀਅਮ ਨੰਬਰ 2। ਹੁਣ ਬੇਟਾ ਮੈਂ ਕੀ ਕੀਤਾ, ਪਾਣੀ ਹਟਾਤਾ ਤੇ ਨਾ ਦੋਨਾਂ ਚਾਰਜਾਂ ਵਿਚਕਾਰ ਕੋਈ ਗੱਤਾ ਜਾਂ ਕੋਈ ਮੈਟਲ ਦੀ ਪਲੇਟ ਜਾਂ ਕੋਈ ਕਾਗਜ਼ ਰੱਖਤਾ, ਜਿਸ ਨੂੰ ਬੇਟਾ ਆਪਾਂ ਕੀ ਕਿਹਾ, ਮੀਡੀਅਮ ਨੰਬਰ 3। ਹੁਣ ਆਪਣੇ ਦਿਮਾਗ ਦੇ ਵਿੱਚ ਸਵਾਲ ਆਉਂਦਾ, ਸਵਾਲ ਕੀ ਆ ਕਿ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਕਿਹੜੇ ਮੀਡੀਅਮ ਦੇ ਵਿੱਚ ਬੇਟਾ ਫੋਰਸ ਜ਼ਿਆਦਾ ਵਾ ਜਾਂ ਫੋਰਸ ਘੱਟ ਆ, ਕਿਸ ਮੀਡੀਅਮ ਦੇ ਵਿੱਚ ਫੋਰਸ ਮਿਨੀਮਮ ਹੈ ਜਾਂ ਕਿਸ ਮੀਡੀਅਮ ਦੇ ਵਿੱਚ ਫੋਰਸ ਮੈਕਸਿਮਮ ਹੈ। ਇਹ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਜਾਂ ਆਪਾਂ ਨੂੰ ਕੌਣ ਦੱਸੂਗਾ ਕਿ ਕਿਸ ਮੀਡੀਅਮ ਦੇ ਵਿੱਚ ਫੋਰਸ ਘੱਟ ਆ ਜਾਂ ਕਿਸ ਮੀਡੀਅਮ ਦੇ ਵਿੱਚ ਫੋਰਸ ਜ਼ਿਆਦਾ ਹੈ। ਹਾਂ ਬੇਟਾ ਤਾਂ ਇਹਦਾ ਆਨਸਰ ਸਾਨੂੰ ਮਿਲਦਾ ਵਾ ਇੱਕ ਟਰਮ ਜਿਹਨੂੰ ਬੇਟਾ ਤੁਸੀਂ ਬਹੁਤ ਹੀ ਜ਼ਿਆਦਾ ਗੌਰ ਨਾਲ ਸਮਝਣਾ ਵਾ। ਇਸ ਨੂੰ ਬੇਟਾ ਕਿਹਾ ਜਾਂਦਾ ਵਾ ਰਿਲੇਟਿਵ ਪਰਮਿਟਿਵਿਟੀ ਜਾਂ ਬੇਟਾ ਜਿਸ ਨੂੰ ਕਿਹਾ ਜਾਂਦਾ ਵਾ ਡਾਈਲੈਕਟ੍ਰਿਕ ਕਾਂਸਟੈਂਟ। ਜਾਂ ਬੇਟਾ ਯਾਦ ਰੱਖੋ, ਮੈਂ ਦੁਬਾਰਾ ਰਿਪੀਟ ਕਰ ਲੱਗਿਆ ਵਾ, ਉਹ ਕਿਹੜੀ ਟਰਮ ਆ ਜੋ ਸਾਨੂੰ ਦੱਸਦੀ ਆ ਕਿ ਇਹ ਦੋ ਚਾਰਜਾਂ ਵਿਚਕਾਰ ਫੋਰਸ ਹੁਣ ਘੱਟ ਲੱਗ ਰਹੀ ਆ ਜਾਂ ਦੋ ਚਾਰਜਾਂ ਵਿਚਕਾਰ ਫੋਰਸ ਵੱਧ ਲੱਗ ਰਹੀ ਆ। ਇਹਦੇ ਬਾਰੇ ਸਾਨੂੰ ਦੱਸਦਾ ਹੁੰਦਾ ਵਾ ਰਿਲੇਟਿਵ ਪਰਮਿਟਿਵਿਟੀ, ਜਾਂ ਬੇਟਾ ਰਿਲੇਟਿਵ ਪਰਮਿਟਿਵਿਟੀ ਦਾ ਇੱਕ ਸੈਕੰਡ ਨੇਮ ਵੀ ਆ ਜਿਸ ਨੂੰ ਅਸੀਂ ਕਹਿੰਦੇ ਆ ਡਾਈਲੈਕਟ੍ਰਿਕ ਕਾਂਸਟੈਂਟ। ਤੇ ਰਿਲੇਟਿਵ ਪਰਮਿਟਿਵਿਟੀ ਤੇ ਡਾਈਲੈਕਟ੍ਰਿਕ ਕਾਂਸਟੈਂਟ ਨੂੰ ਕਿਹੜੀ ਚੀਜ਼ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਵਾ, ਇਹ ਚੀਜ਼ ਬੇਟਾ ਅਸੀਂ ਬਹੁਤ ਗੌਰ ਦੇ ਨਾਲ ਨੋਟ ਕਰਨੀ ਆ। ਹਾਂਜੀ ਰਿਲੇਟਿਵ ਪਰਮਿਟਿਵਿਟੀ ਦਾ ਜੋ ਸਿੰਬਲ ਆ, ਜੋ ਉਹਦੀ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਆ, ਉਹ ਹੈ ਬੇਟਾ ਕੱਲੀ ਐਪਸਿਲਨ। ਇਹਦੇ ਪੈਰ ਤੁਸੀਂ ਅਬਜ਼ਰਵ ਕਰੋਗੇ, ਮੈਂ ਨੋਟ ਨਹੀਂ ਪਾ ਰਿਹਾ ਜਾਂ ਕੁਝ ਨਹੀਂ ਪਾ ਰਿਹਾ। ਹਾਂ ਬੇਟਾ ਇਹਦੇ ਪੈਰ ਦੇ ਵਿੱਚ ਤੁਸੀਂ ਇੱਕ ਚੀਜ਼ ਜ਼ਰੂਰ ਪਾਓਗੇ, ਆਰ, ਕਿਉਂਕਿ ਇੱਥੇ ਮੈਂ ਲਿਖਿਆ ਵਾ ਰਿਲੇਟਿਵ ਪਰਮਿਟਿਵਿਟੀ ਤੇ ਰਿਲੇਟਿਵ ਪਰਮਿਟਿਵਿਟੀ ਦਾ ਸਿੰਬਲ ਹੈ ਬੇਟਾ ਉਹ ਹੈ ਐਪਸਿਲਨ ਆਰ। ਇੱਥੇ ਨੋਟ ਨਹੀਂ ਲਗਾਉਣਾ ਬੇਟਾ, ਨੋਟ ਸਿਰਫ ਐਪਲੀਕੇਬਲ ਆ ਐਬਸੋਲੂਟ ਪਰਮਿਟਿਵਿਟੀ ਆਫ ਫ੍ਰੀ ਸਪੇਸ। हाँ बेटा फ्री स्पेस ਜਾਂ एयर ਜਾਂ बेटा इसमें ਆਪਾਂ ਕੀ ਬੋਲਾਂਗੇ ਵੈਕਿਊਮ। ਠੀਕ ਹੈ ਬੇਟਾ, ਇਹ ਸਿਰਫ ਵੈਕਿਊਮ ਦੇ ਲਈ ਐਪਲੀਕੇਬਲ ਆ। ਚਲੋ ਹੁਣ ਆਪਣਾ ਅਗਲਾ ਸਵਾਲ ਕੀ ਆ, ਅਗਲਾ ਸਵਾਲ ਹੈ ਕਿ ਜਿਹੜੀ ਰਿਲੇਟਿਵ ਪਰਮਿਟਿਵਿਟੀ ਆ ਜਿਸ ਨੂੰ ਆਪਾਂ ਡਾਈਲੈਕਟ੍ਰਿਕ ਕਾਂਸਟੈਂਟ K ਵੀ ਕਹਿ ਦਿੰਨੇ ਆ ਜਾਂ ਐਪਸਿਲਨ R ਵੀ ਕਹਿ ਦਿੰਨੇ ਆ, ਇਹ ਸਾਨੂੰ ਕਿਵੇਂ ਦੱਸਦੀ ਆ ਕਿ ਫੋਰਸ ਘੱਟ ਆ ਜਾਂ ਫੋਰਸ ਵੱਧ ਆ। ਇਹ ਸਾਨੂੰ ਕਿਵੇਂ ਦੱਸਦੀ ਆ, ਆਪਾਂ ਹੁਣ ਉਹਦਾ ਜਵਾਬ ਲੱਭਾਂਗੇ। ਤੇ ਜਵਾਬ ਕੀ ਆ, ਮੰਨ ਲਓ ਬੇਟਾ ਇੱਕ ਇਨਸਾਨ ਆ ਤੇ ਉਹ ਇਨਸਾਨ ਆਪਣੀ ਹਾਈਟ ਨੂੰ ਮੈਜ਼ਰ ਕਰਨਾ ਚਾਹੁੰਦਾ ਤੇ ਪਤਾ ਲਗਾਉਣਾ ਚਾਹੁੰਦਾ ਕਿ ਜਿਹੜੀ ਮੇਰੀ ਹਾਈਟ ਆ ਕਿ ਉਹ ਹਾਈਟ ਛੋਟੀ ਆ ਜਾਂ ਹਾਈਟ ਵੱਡੀ ਆ, ਯਾਨੀ ਕਿ ਉਹ ਆਪਣੀ ਹਾਈਟ ਨੂੰ ਮੈਜ਼ਰਡ ਕਰਨਾ ਚਾਹੁੰਦਾ ਵਾ। ਫਿਰ ਮੈਜ਼ਰ ਕਰਨ ਦਾ ਤਰੀਕਾ ਕੀ ਆ, ਮੈਜ਼ਰਡ ਕਰਨ ਦਾ ਤਰੀਕਾ ਹੈ ਕਿ ਉਹ ਆਪਣੀ ਹਾਈਟ ਨੂੰ ਬੇਟਾ कंपेयर करूगा। यस बेटा ਹੁਣ मेन चीज शुरू हो रही है, प्लीज गौर करियो। जो इंसान आ वो अपनी हाइट ਨੂੰ बेटा ਕੀ ਕਰੂਗਾ, ਹਾਈਟ ਨੂੰ ਕਰੂਗਾ ਕੰਪੇਅਰ। ਤੇ ਹਾਈਟ ਨੂੰ ਕਿਹਦੇ ਨਾਲ ਕੰਪੇਅਰ ਕਰੂਗਾ ਬੇਟਾ, ਹਾਈਟ ਨੂੰ ਕੰਪੇਅਰ ਕਰੂਗਾ ਇੱਕ ਫਿਕਸ ਵੈਲਿਊ ਦੇ ਨਾਲ, ਇੱਕ ਫਿਕਸ ਚੀਜ਼ ਦੇ ਨਾਲ ਜੋ ਨਾ ਕਿਤੇ ਘਟਦੀ ਹੈ ਨਾ ਕਿਤੇ ਵੱਧਦੀ ਹੈ। ਉਹ ਕੀ ਆ ਬੇਟਾ, ਉਹ ਹੈ ਸਕੇਲ। ਹਾਂ ਬੇਟਾ ਉਹ ਇੱਕ ਮੀਟਰ ਸਕੇਲ ਲਊਗਾ ਤੇ ਮੀਟਰ ਸਕੇਲ ਦੇ ਨਾਲ ਆਪ ਖੜ ਕੇ ਆਪਦੀ ਹਾਈਟ ਨੂੰ ਕੀ ਕਰੂਗਾ, ਆਪਦੀ ਹਾਈਟ ਨੂੰ ਕਰੂਗਾ ਮੈਜ਼ਰ। ਫਿਰ ਉਹ ਦੇਖੂਗਾ ਕਿ ਉਹ ਮੀਟਰ ਸਕੇਲ ਦੇ ਨਾਲ ਕੰਪੇਅਰ ਕਰਕੇ ਉਹਦੀ ਹਾਈਟ ਕਿੱਥੇ ਜਾ ਰਹੀ ਆ, ਕਿ ਉਹਦੀ ਹਾਈਟ ਉਸ ਮੀਟਰ ਸਕੇਲ ਤੋਂ ਬਹੁਤ ਛੋਟੀ ਆ ਜਾਂ ਮੀਟਰ ਸਕੇਲ ਤੋਂ ਜ਼ਿਆਦਾ ਵਾ। ਉੱਥੋਂ ਇਹ ਅੰਦਾਜ਼ਾ ਲਗਾ ਲੂਗਾ ਕਿ ਉਹਦੀ ਹਾਈਟ ਛੋਟੀ ਆ ਜਾਂ ਹਾਈਟ ਵੱਡੀ ਆ। ਪਰ ਇੱਕ ਗੱਲ ਜ਼ਰੂਰ ਹੋ ਰਹੀ ਆ ਬੇਟਾ, ਜੋ ਇਹ ਮੀਟਰ ਸਕੇਲ ਆ, ਇਹ ਮੀਟਰ ਸਕੇਲ ਦੀ ਜੋ ਵੈਲਿਊ ਆ ਉਹ ਫਿਕਸ ਆ ਤੇ ਇਹੀ ਮੀਟਰ ਸਕੇਲ ਨੂੰ ਸਾਰੇ ਲੋਕ ਯੂਜ਼ ਕਰਦੇ ਆ। ਹਾਂ ਬੇਟਾ
ਕੋਈ ਵੀ ਇਨਸਾਨ ਅਗਰ ਆਪਣੀ ਹਾਈਟ ਨੂੰ ਕੰਪੇਅਰ ਕਰਨਾ ਚਾਹੁੰਦਾ ਤਾਂ ਇਹੀ ਸਟੈਂਡਰਡ ਸਕੇਲ ਨੂੰ ਯੂਜ਼ ਕਰਦਾ, ਇਹਨੂੰ ਹੀ ਯੂਜ਼ ਕਰਦਾ ਸਕੇਲ ਨੂੰ, ਕਿਉਂਕਿ ਇਹਦੀ ਵੈਲਿਊ ਹਰ ਵਾਰ ਬੇਟਾ ਕੀ ਰਹਿੰਦੀ ਆ, ਫਿਕਸ ਰਹਿੰਦੀ ਆ। ਹਾਂ ਬੇਟਾ, ਉਹ ਚੀਜ਼ ਜਿਹਦੀ ਵੈਲਿਊ ਫਿਕਸ ਰਹਿੰਦੀ ਆ ਤੇ ਸਾਰੇ ਲੋਕ ਉਹਨੂੰ ਹੀ ਯੂਜ਼ ਕਰਦੇ ਆ ਮੈਜ਼ਰਮੈਂਟ ਦੇ ਲਈ, ਉਸ ਚੀਜ਼ ਨੂੰ ਬੇਟਾ ਆਪਾਂ ਕੀ ਬੋਲਦੇ ਆ, ਉਸ ਚੀਜ਼ ਨੂੰ ਬੇਟਾ ਬੋਲਦੇ ਆ ਆਪਾਂ ਸਟੈਂਡਰਡ। ਹਾਂ ਬੇਟਾ, ਹਮੇਸ਼ਾ ਸਟੈਂਡਰਡ ਚੀਜ਼ ਦੇ ਨਾਲ ਹੀ ਕੰਪੈਰੀਜ਼ਨ ਕੀਤਾ ਜਾਂਦਾ ਹੁੰਦਾ ਜਿਹਦੀ ਵੈਲਿਊ ਫਿਕਸ ਹੁੰਦੀ ਆ ਤੇ ਸਾਰੇ ਲੋਕ ਉਹਨੀ ਚੀਜ਼ ਨੂੰ ਹੀ ਯੂਜ਼ ਕਰਦੇ ਆ। ਮੈਂ ਇਹੀ ਗੱਲ ਨੂੰ ਬੇਟਾ ਮੈਂ ਇੱਕ ਹੋਰ ਐਗਜ਼ਾਮਪਲ ਨਾਲ ਐਕਸਪਲੇਨ ਕਰਦਾ ਵਾਂ। ਅਗਰ ਮੰਨ ਲਓ ਇਹੀ ਇਨਸਾਨ ਬੇਟਾ ਆਪਣੇ weight ਨੂੰ ਮੈਜ਼ਰ ਕਰਨਾ ਚਾਹੁੰਦਾ ਤਾਂ ਉਹ ਕੀ ਕਰਦਾ, ਉਹ ਆਪਣੇ weight ਨੂੰ ਮੈਜ਼ਰ ਕਰਨ ਦੇ ਲਈ ਇੱਕ ਤੱਕੜੀ 'ਚ ਬਹਿੰਦਾ ਤੇ ਤੱਕੜੀ ਦੇ ਦੂਜੇ ਪਾਸੇ ਬੇਟਾ ਉਹ ਬੱਟਿਆਂ ਨੂੰ ਰੱਖਦਾ। ਤੇ ਬੱਟਿਆਂ ਨੂੰ ਕਿਉਂ ਰੱਖਦਾ, ਕਿਉਂਕਿ ਜੋ ਬੱਟਿਆਂ ਦਾ ਭਾਰ ਆ ਉਹਦੀ ਵੈਲਿਊ ਵੀ ਕੀ ਆ ਬੇਟਾ, ਫਿਕਸ ਆ। ਤੇ ਇਹ ਬੱਟਿਆਂ ਨੂੰ ਕੌਣ ਯੂਜ਼ ਕਰਦਾ, ਬੱਟਿਆਂ ਨੂੰ ਸਾਰੇ ਹੀ ਇਨਸਾਨ ਯੂਜ਼ ਕਰਦੇ ਜਦੋਂ ਵੀ ਉਹਨਾਂ ਨੇ ਭਾਰ ਨੂੰ ਕੀ ਕਰਨਾ ਹੁੰਦਾ ਬੇਟਾ, ਮੈਜ਼ਰ ਕਰਨਾ ਹੁੰਦਾ। ਫਿਰ ਉਹ ਦੇਖੂਗਾ ਕਿ ਉਹਦਾ ਭਾਰ ਉਹ ਬੱਟਿਆਂ ਨਾਲੋਂ ਜ਼ਿਆਦਾ ਆ ਰਿਹਾ ਜਾਂ ਬੱਟਿਆਂ ਨਾਲੋਂ ਘੱਟ ਆ ਰਿਹਾ ਵਾ। ਇਸ ਚੀਜ਼ ਤੋਂ ਪਤਾ ਲੱਗ ਜਾਊ ਕਿ ਹਾਂ ਕਿ ਜਿਹੜਾ ਮੇਰਾ ਭਾਰ ਆ ਉਹ ਘੱਟ ਆ ਜਾਂ ਉਹ ਵੱਧ ਆ। ਜੀ ਹਾਂ ਬੇਟਾ, ਹੁਣ ਇਹ weight ਜਿਹਦੇ ਨਾਲ ਉਹ ਮੈਜ਼ਰ ਕਰਦਾ ਆਪਦੇ ਆਪ ਨੂੰ ਕੰਪੇਅਰ ਕਰਕੇ, ਉਹ ਵੀ ਕੀ ਆ ਬੇਟਾ, ਸਟੈਂਡਰਡ ਵੈਲਿਊ। ਹਾਂ ਬੇਟਾ, ਯਾਨੀ ਕਿ ਜਦੋਂ ਵੀ ਤੁਸੀਂ ਇੱਕ ਚੀਜ਼ ਨੂੰ ਦੂਜੀ ਚੀਜ਼ ਦੇ ਨਾਲ ਕੰਪੇਅਰ ਕਰਨਾ ਵਾ ਤਾਂ ਕੰਪੇਅਰ ਕਰਨ ਦੇ ਲਈ ਸਾਡੇ ਕੋਲ ਇੱਕ ਚੀਜ਼ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਉਹ ਕੀ ਆ ਬੇਟਾ, ਉਹ ਹੈ ਸਟੈਂਡਰਡ ਵੈਲਿਊ। ਸਟੈਂਡਰਡ ਵੈਲਿਊ ਦੇ ਬਿਨਾ ਆਪਾਂ ਕੰਪੇਅਰ ਕਰ ਹੀ ਨਹੀਂ ਸਕਦੇ। ਹਾਂ ਬੇਟਾ, ਅਗਰ ਤੁਹਾਡੇ ਨਾਲ ਕੋਈ ਕੰਪੈਰੀਜ਼ਨ ਕਰਨ ਵਾਲਾ ਹੋਊਗਾ ਤਾਂ ਹੀ ਤੁਹਾਨੂੰ ਪਤਾ ਲੱਗੂ ਕਿ ਤੁਸੀਂ ਕਿੱਥੇ ਲਾਈ ਕਰਦੇ ਹੋ, ਤੁਸੀਂ ਥੱਲੇ ਵਾਲੇ ਪਾਸੇ ਹੋ ਜਾਂ ਤੁਸੀਂ ਉੱਚੀ ਵਾਲੇ ਪਾਸੇ, ਤੁਹਾਡੀ ਵੈਲਿਊ ਘੱਟ ਆ ਜਾਂ ਜ਼ਿਆਦਾ ਵਾ। ਉਹ ਸਿਰਫ ਕਿਹੜੀ ਚੀਜ਼ ਨਾਲ ਪਤਾ ਲੱਗਦਾ ਵਾ, ਕੰਪੈਰੀਜ਼ਨ ਦੇ ਨਾਲ। ਹਾਂ ਬੇਟਾ, ਇਹੀ ਕਨਸੈਪਟ ਨੂੰ ਯੂਜ਼ ਕਰਕੇ ਆਪਾਂ ਫਾਈਂਡ ਆਊਟ ਕਰਾਂਗੇ ਕਿ ਦੋ ਚਾਰਜਾਂ ਨੂੰ ਜਦੋਂ ਆਪਾਂ ਇੱਕ ਮੀਡੀਅਮ ਤੋਂ ਹਟਾ ਕੇ ਦੂਜੇ ਮੀਡੀਅਮ 'ਚ ਪਲੇਸ ਕਰ ਦਿੰਨੇ ਆ ਕਿ ਉਹ ਫੋਰਸ ਘਟ ਜਾਂਦੀ ਆ ਜਾਂ ਵੱਧ ਜਾਂਦੀ ਆ। ਯਾਨੀ ਕਿ ਆਪਾਂ ਨੂੰ ਹੁਣ ਇੱਥੇ ਕੀ ਕਰਨਾ ਪਊਗਾ, ਹਾਂਜੀ ਬੇਟਾ, ਇੱਥੇ ਸਾਨੂੰ ਕਰਨਾ ਪਊ ਕੰਪੈਰੀਜ਼ਨ। ਕਿਹਦਾ ਕੰਪੈਰੀਜ਼ਨ ਕਰਨਾ ਪਊ ਬੇਟਾ, ਕੰਪੈਰੀਜ਼ਨ ਕਰਨਾ ਪਊ ਫੋਰਸ ਦਾ ਜੋ ਮੀਡੀਅਮ ਦੇ ਵਿੱਚ ਲੱਗ ਰਹੀ ਆ। ਹੁਣ ਸਭ ਤੋਂ ਵੱਡਾ ਸਵਾਲ ਹੀ ਇਹੀ ਆ ਬੇਟਾ ਕਿ ਜੋ ਫੋਰਸ ਇੱਕ ਮੀਡੀਅਮ 'ਚ ਲੱਗ ਰਹੀ ਆ ਉਹਨੂੰ ਕੰਪੇਅਰ ਕਿਹਦੇ ਨਾਲ ਕਰਾਂਗੇ। ਹਾਂ ਬੇਟਾ, ਜਿਹਦੇ ਨਾਲ ਕੰਪੇਅਰ ਕਰਾਂਗੇ ਉਹ ਪੱਕਾ ਕਿਹੜੀ ਵੈਲਿਊ ਹੋਊਗੀ, ਹਾਂ ਬੇਟਾ, ਉਹ ਇੱਕ ਸਟੈਂਡਰਡ ਵੈਲਿਊ ਹੋਊਗੀ। ਹਾਂ ਬੇਟਾ, ਦੇਖੋ ਆਹ ਦੋ ਚਾਰਜ ਨੇ Q1 ਤੇ Q2 ਤੇ ਉਹ ਦੋ ਚਾਰਜ ਕਿਹਦੇ ਵਿੱਚ ਪਏ ਨੇ ਬੇਟਾ, ਵਾਟਰ ਦੇ ਵਿੱਚ ਪਏ ਨੇ। ਤੇ ਵਾਟਰ 'ਚ ਪਾਉਣ ਨਾਲ ਇਹਨਾਂ ਦੇ ਉੱਪਰ ਕੀ ਲੱਗ ਰਹੀ ਹੈ ਬੇਟਾ, ਹਾਂ ਫੋਰਸ ਤਾਂ ਲੱਗ ਹੀ ਰਹੀ ਆ। ਹੁਣ ਆਪਾਂ ਦੇਖਾਂਗੇ ਕਿ ਜੋ ਫੋਰਸ ਲੱਗ ਰਹੀ ਆ ਇਹ ਫੋਰਸ ਘੱਟ ਲੱਗ ਰਹੀ ਆ ਜਾਂ ਫੋਰਸ ਵੱਧ ਲੱਗ ਰਹੀ ਆ, ਉਹ ਸਾਨੂੰ ਕਿਵੇਂ ਪਤਾ ਲੱਗੂਗਾ, ਉਹ ਪਤਾ ਲੱਗੂ ਕੀ ਕਰਕੇ ਬੇਟਾ, ਕੰਪੇਅਰ। ਜੈਸ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਕੀ ਆ ਬੇਟਾ, ਕੰਪੇਅਰ। ਇਹ ਕੰਪੇਅਰ ਵਰਡ ਕਰਕੇ ਹੀ ਆਪਣੇ ਕੋਲ ਕਿਹੜਾ ਵਰਡ ਆਇਆ ਵਾ, ਰਿਲੇਟਿਵ। ਰਿਲੇਟਿਵ ਤੋਂ ਵਰਡ ਮਤਲਬ ਰਿਲੇਟ ਕਰਨਾ, ਮਤਲਬ ਕੰਪੇਅਰ ਕਰਨਾ। ਹਾਂ ਬੇਟਾ, ਆਪਾਂ ਫੋਰਸ ਨੂੰ ਕਿਹਦੇ ਨਾਲ ਕੰਪੇਅਰ ਕਰਨਾ ਵਾ, ਆਪਾਂ ਕੰਪੇਅਰ ਕਰਨਾ ਇੱਕ ਸਟੈਂਡਰਡ ਵੈਲਿਊ, ਜੋ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਵਾ। ਸਟੈਂਡਰਡ ਵੈਲਿਊ ਉਹ ਹੁੰਦੀ ਆ ਬੇਟਾ ਜਿਹਦੀ ਵੈਲਿਊ ਬਿਲਕੁਲ ਕੀ ਹੁੰਦੀ ਆ, ਫਿਕਸ ਹੁੰਦੀ ਆ। ਤੇ ਜਿੰਨੀਆਂ ਵੀ ਫੋਰਸਸ ਹੋਣਗੀਆਂ, ਭਾਵੇਂ ਬੇਟਾ ਮੈਂ ਵਾਟਰ ਦੀ ਗੱਲ ਕਰਾਂ, ਚਾਹੇ ਮੈਂ ਪੇਪਰ ਦੀ ਗੱਲ ਕਰਾਂ, ਚਾਹੇ ਮੈਂ ਕਿਸੇ ਮੈਟਲ ਦੀ ਗੱਲ ਕਰਾਂ, ਮੈਂ ਜਿਹੜਾ ਮਰਜ਼ੀ ਮੀਡੀਅਮ ਲੈ ਲਾਂ, ਹਮੇਸ਼ਾ ਫੋਰਸ ਨੂੰ ਬੇਟਾ ਇਹੀ ਸਟੈਂਡਰਡ ਵੈਲਿਊ ਦੇ ਨਾਲ ਕੀ ਕੀਤਾ ਜਾਊਗਾ, ਕੰਪੇਅਰ ਕੀਤਾ ਜਾਊਗਾ। ਐਗਜ਼ਾਮਪਲ ਦੇ ਤੌਰ ਤੇ ਦੇਖੋ, ਮੈਂ ਤੱਕੜੀ ਦੇ ਇੱਕ ਪਾਸੇ ਕਿਹੜੀ ਫੋਰਸ ਰੱਖ ਲਈ, ਜੋ ਫੋਰਸ ਕੀ 'ਚ ਲੱਗ ਰਹੀ ਆ, ਵਾਟਰ ਦੇ ਨਾਲ। ਸੇਮ ਉਹੀ ਚਾਰਜਸ ਨੂੰ ਬੇਟਾ ਮੈਂ ਕੰਪੇਅਰ ਕਰ ਰਿਹਾ ਵਾਂ ਦੂਜੇ ਪਾਸੇ ਇੱਕ ਇਹੋ ਜਿਹੀ ਮੀਡੀਅਮ ਨਾਲ ਜਿਹੜੀ ਮੀਡੀਅਮ ਦੀ ਵੈਲਿਊ ਬੇਟਾ ਕੀ ਆ, ਸਟੈਂਡਰਡ। ਸਟੈਂਡਰਡ ਮਤਲਬ ਇੱਥੇ ਜੋ ਫੋਰਸ ਲੱਗ ਰਹੀ ਆ ਉਹ ਹਮੇਸ਼ਾ ਬੇਟਾ ਫਿਕਸ ਆ, ਉਹਦੇ ਨਾਲ ਹੀ ਹਮੇਸ਼ਾ ਬੇਟਾ ਕੀ ਕੀਤਾ ਜਾਂਦਾ, ਇਹਨੂੰ ਕੰਪੇਅਰ ਕੀਤਾ ਜਾਂਦਾ ਵਾ। ਤੇ ਸਟੈਂਡਰਡ ਵੈਲਿਊ ਕੌਣ ਆ, ਜਿਹਦੇ ਨਾਲ ਸਾਰੇ ਮੀਡੀਅਮਸ ਨੂੰ ਕੰਪੇਅਰ ਕੀਤਾ ਜਾਂਦਾ। ਹਾਂ ਬੇਟਾ, ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਉਹ ਕੌਣ ਆ, ਫਿਕਸ, ਜਿਹੜਾ ਕਦੇ ਚੇਂਜ ਨਹੀਂ ਹੁੰਦਾ ਤੇ ਸਾਰਿਆਂ ਨੂੰ ਉਹਦੇ ਨਾਲ ਹੀ ਕੰਪੇਅਰ ਕਰਨਾ ਪੈਂਦਾ। ਮਤਲਬ ਜੋ ਸਟੈਂਡਰਡ ਆ, ਇਹਦਾ ਆਨਸਰ ਹੈ ਬੇਟਾ ਏਅਰ, ਜਾਂ ਜਿਸ ਨੂੰ ਬੇਟਾ ਆਪਾਂ ਕੀ ਕਹਿੰਦੇ ਆ, ਫ੍ਰੀ ਸਪੇਸ, ਜਾਂ ਬੇਟਾ ਜਿਸ ਨੂੰ ਕੀ ਕਹਿੰਦੇ ਆ, ਵੈਕਿਊਮ। ਹਾਂਜੀ, ਭਾਵੇਂ ਕੋਈ ਵੀ ਮੀਡੀਅਮ ਹੋਵੇ ਬੇਟਾ, ਉਹ 'ਚ ਜੋ ਫੋਰਸ ਲੱਗਦੀ ਆ ਉਹ ਫੋਰਸ ਨੂੰ ਪਤਾ ਹਮੇਸ਼ਾ ਕਿਹਦੇ ਨਾਲ ਮੈਂ ਕੰਪੇਅਰ ਕੀਤਾ ਜਾਂਦਾ, ਹਮੇਸ਼ਾ ਕੰਪੇਅਰ ਕੀਤਾ ਜਾਂਦਾ ਵਾ ਜੋ ਫੋਰਸ ਲੱਗਦੀ ਆ ਦੋ ਚਾਰਜਾਂ ਦੇ ਵਿਚਕਾਰ ਇਨ ਵੈਕਿਊਮ। ਯੈਸ,
ਹਮੇਸ਼ਾ ਮੀਡੀਅਮ ਦੀ ਫੋਰਸ ਨੂੰ ਕੰਪੇਅਰ ਕੀਤਾ ਜਾਂਦਾ ਵਾ ਜੋ ਫੋਰਸ ਦੋ ਚਾਰਜਾਂ ਵਿਚਕਾਰ ਲੱਗਦੀ ਹੈ ਕਿਹਦੇ ਵਿੱਚ, ਵੈਕਿਊਮ। ਬੇਟਾ ਯਾਦ ਰੱਖ ਲਓ, ਵੈਕਿਊਮ ਵੀ ਕਹਿ ਦਿੰਦੇ ਆ ਇਹਨੂੰ, ਫ੍ਰੀ ਸਪੇਸ ਵੀ ਕਹਿ ਦਿੰਦੇ ਆ, ਹਾਂ ਬੇਟਾ ਇਸ ਨੂੰ 에ਅਰ ਵੀ ਕਹਿ ਦਿੰਦੇ ਨੇਗੇ। ਉਹ 에ਅਰ ਵਾਲਾ ਕਨਸੈਪਟ ਤੁਹਾਨੂੰ ਹੁਣ ਮੈਂ ਸਮਝਾਉਣਾ ਉਹ ਕਿਵੇਂ ਆ, ਚਲੋ ਦੇਖਦੇ ਆ। ਲਓ ਜੀ, ਆਹ ਹੈ ਤੁਹਾਡਾ ਮੀਡੀਅਮ ਜਿਹਦੇ ਉੱਪਰ ਫੋਰਸ ਲੱਗਦੀ ਆ। ਇਹ ਮੀਡੀਅਮ ਬੇਟਾ ਵਾਟਰ ਵੀ ਹੋ ਸਕਦਾ, ਇਹ ਮੀਡੀਅਮ ਆਇਲ ਵੀ ਹੋ ਸਕਦਾ, ਤੇ ਇਹ ਮੀਡੀਅਮ ਬੇਟਾ ਕੋਈ ਪੇਪਰ ਵੀ ਹੋ ਸਕਦਾ ਵਾ, ਠੀਕ ਹੈ, ਜਿਹ 'ਚ ਫੋਰਸ ਲੱਗ ਰਹੀ ਆ। ਹਾਂ ਬੇਟਾ, ਹੁਣ ਇਹਨੂੰ ਆਪਾਂ ਕੰਪੇਅਰ ਕਰਨਾ ਵਾ ਕਿਸ ਮੀਡੀਅਮ ਦੇ ਨਾਲ। ਹਾਂ ਬੇਟਾ, ਹੁਣ ਇਹੀ ਚਾਰਜਾਂ 'ਚ ਫੋਰਸ ਲੱਗ ਰਹੀ ਆ, ਤੇ ਹੁਣ ਚਾਰਜ ਕਿਹਦੇ ਵਿੱਚ ਪਏ ਨੇ, ਜਾਂ ਤਾਂ ਉਹ ਚਾਰਜ ਦੱਸਿਆ ਸੀ ਬੇਟਾ, ਜਾਂ ਤਾਂ ਉਹ ਚਾਰਜ 에ਅਰ 'ਚ ਪਏ ਨੇ, ਜਾਂ ਤਾਂ ਉਹ ਕਿਹਦੇ ਵਿੱਚ ਪਏ ਨੇ, ਫ੍ਰੀ ਸਪੇਸ ਦੇ ਵਿੱਚ ਪਏ ਨੇ। ਤੇ ਹੁਣ ਆਪਾਂ ਦੇਖਾਂਗੇ ਉਹ ਫੋਰਸ ਕਿੰਨੀ ਹੋਊਗੀ, ਤੇ ਆਪਾਂ ਨੂੰ ਕਿਵੇਂ ਪਤਾ ਲੱਗੂਗੀ ਫੋਰਸ ਘਟ ਗਈ ਜਾਂ ਫੋਰਸ ਵੱਧ ਗਈ। ਲਓ ਬੇਟਾ, ਜੋ ਫੋਰਸ ਲੱਗ ਰਹੀ ਆ 에ਅਰ ਦੇ ਵਿੱਚ ਜਾਂ ਫ੍ਰੀ ਸਪੇਸ ਦੇ ਵਿੱਚ ਜਾਂ ਵੈਕਿਊਮ ਦੇ ਵਿੱਚ, ਹਾਂ ਬੇਟਾ ਉਹ ਫੋਰਸ ਕਿੰਨੀ ਹੋਊਗੀ, ਫੋਰਸ ਦੇ ਪੈਰ 'ਚ ਬੇਟਾ 에ਅਰ ਪਾ ਦਿਓ ਜੀ, 에ਅਰ ਨਹੀਂ ਪਾਉਣਾ ਤਾਂ ਵੈਕਿਊਮ ਪਾ ਦਿਓ, ਠੀਕ ਹੈ। ਇਹ ਦੀ ਰਿਪਰੈਜ਼ੈਂਟੇਸ਼ਨ ਹੈ ਫੋਰਸ ਵੈਕਿਊਮ ਦੇ ਵਿੱਚ ਕਿਹਦੇ ਇਕੁਅਲ ਹੋਊਗੀ, 1/4 ਪਾਈ ਐਪਸੀਲਨ ਨਾਟ। ਹਾਂ ਬੇਟਾ, ਆਪਾਂ ਨੂੰ ਪਤਾ ਵਾ ਕਿ ਜੋ ਮੀਡੀਅਮ 에ਅਰ ਹੁੰਦਾ, ਮੀਡੀਅਮ 에ਅਰ ਦੀ ਜੋ ਪ੍ਰਿਮਿਟਿਵਿਟੀ ਹੁੰਦੀ ਹੈ, ਐਬਸੋਲਿਊਟ ਪ੍ਰਿਮਿਟਿਵਿਟੀ, ਉਹ ਹਮੇਸ਼ਾ ਐਪਸੀਲਨ ਨਾਟ ਨਾਲ ਰਿਪਰੈਜ਼ੈਂਟ ਕੀਤੀ ਜਾਂਦੀ ਹੈ। ਨਾਟ ਨੂੰ ਬੇਟਾ ਦਿਮਾਗ 'ਚ ਕਨਫਰਮ ਕਰ ਲਓ, ਇਹ ਨਾਟ ਹਮੇਸ਼ਾ ਉਦੋਂ ਲੱਗਦਾ ਹੁੰਦਾ ਜਦੋਂ ਮੀਡੀਅਮ 에ਅਰ ਹੋਵੇ, ਜਾਂ ਬੇਟਾ ਫ੍ਰੀ ਸਪੇਸ ਹੋਵੇ, ਜਾਂ ਬੇਟਾ ਵੈਕਿਊਮ ਹੋਵੇ। ਹਮੇਸ਼ਾ ਐਪਸੀਲਨ ਨਾਟ ਮੀਡੀਅਮ ਜਦੋਂ ਹੋਵੇ 에ਅਰ ਜਾਂ ਵੈਕਿਊਮ ਉਦੋਂ ਹੀ ਯੂਜ਼ ਕੀਤਾ ਜਾਂਦਾ ਵਾ। Q1 Q2 upon r square ਬੇਟਾ ਇਹ ਉਹ ਫੋਰਸ ਆ ਜੋ ਲੱਗ ਰਹੀ ਆ ਦੋ ਚਾਰਜਾਂ ਦੇ ਵਿਚਕਾਰ, ਜਦੋਂ ਦੋ ਚਾਰਜ ਕਿਹਦੇ ਵਿੱਚ ਪਏ ਨੇ, ਵੈਕਿਊਮ ਵਿੱਚ ਪਏ ਨੇ, ਜਾਂ ਕਿਹਦੇ ਵਿੱਚ ਪਏ ਨੇ ਬੇਟਾ, 에ਅਰ ਦੇ ਵਿੱਚ ਪਏ। ਹੁਣ ਬੇਟਾ ਮੰਨ ਲਓ ਉਹੀ ਦੋ ਚਾਰਜ ਕਾਹਦੇ ਵਿੱਚ ਪਏ ਆ, ਜਾਂ ਤਾਂ ਉਹ ਚਾਰਜ ਪਾਣੀ 'ਚ ਵੀ ਪਿਆ ਹੋ ਸਕਦਾ, ਜਾਂ ਆਇਲ 'ਚ ਵੀ, ਜਾਂ ਪੇਪਰ, ਜੋ ਆਪਾਂ ਐਗਜ਼ਾਮਪਲਸ ਇੱਧਰ ਲਈਆਂ ਸੀਗੀਆਂ। ਤੇ ਬੇਟਾ ਮੈਂ ਤਾਂ ਐਗਜ਼ਾਮਪਲ ਫਿਕਸ ਰੱਖੂੰਗਾ, ਮੈਂ ਪਾਣੀ ਦੀ ਐਗਜ਼ਾਮਪਲ ਲਵਾਂਗਾ ਕਿ ਮੰਨ ਲਓ ਬੇਟਾ ਦੋ ਚਾਰਜ ਕਾਹਦੇ ਵਿੱਚ ਪਏ ਨੇ, ਪਾਣੀ ਦੇ ਵਿੱਚ ਪਏ ਨੇਗੇ। ਹੁਣ ਜੋ ਫੋਰਸ ਪਾਣੀ ਦੇ ਵਿੱਚ ਲੱਗ ਰਹੀ ਆ ਦੋ ਚਾਰਜਾਂ ਦੇ ਵਿਚਕਾਰ, ਉਹ ਫੋਰਸ ਬੇਟਾ ਕੀ ਹੋਊਗੀ, ਜੇ ਘਟੂਗੀ ਜਾਂ ਵਧੂਗੀ। ਬੇਟਾ ਸਿੱਧਾ ਦੱਸ ਦਵਾਂ ਕਿ ਫੋਰਸ ਹਮੇਸ਼ਾ ਘਟਦੀ ਹੁੰਦੀ ਆ। ਪਾਣੀ ਚਾਹੇ ਪਾਣੀ 'ਚ ਰੱਖ ਦੋ, ਚਾਹੇ ਆਇਲ 'ਚ ਰੱਖ ਦੋ, ਚਾਹੇ ਪੇਪਰ 'ਚ ਰੱਖ ਦੋ, ਚਾਹੇ ਮੈਟਲ, ਜਿਹੜੇ ਮਰਜ਼ੀ ਮੀਡੀਅਮ 'ਚ ਦੋ ਚਾਰਜਾਂ ਨੂੰ ਰੱਖ ਦੋ, ਫੋਰਸ ਹਮੇਸ਼ਾ ਘਟਦੀ ਹੁੰਦੀ ਆ। ਤੇ ਫੋਰਸ ਕਿਹੜੀ ਮੀਡੀਅਮ ਸਭ ਤੋਂ ਜ਼ਿਆਦਾ ਮੈਕਸਿਮਮ, ਸਵਾਲ ਵੀ ਆ ਸਕਦਾ ਕਿ ਦੱਸੋ ਕਿਸ ਮੀਡੀਅਮ ਦੇ ਵਿੱਚ ਫੋਰਸ ਸਭ ਤੋਂ ਜ਼ਿਆਦਾ ਮੈਕਸਿਮਮ ਹੁੰਦੀ ਆ, ਤਾਂ ਉਹਦਾ ਆਨਸਰ ਇੱਕੋ ਹੀ ਆ ਬੇਟਾ, ਉਹ ਹੈ ਫ੍ਰੀ ਸਪੇਸ। ਹਾਂ ਬੇਟਾ, ਫ੍ਰੀ ਸਪੇਸ ਦੇ ਵਿੱਚ ਫੋਰਸ ਸਭ ਤੋਂ ਜ਼ਿਆਦਾ ਮੈਕਸਿਮਮ ਲੱਗਦੀ ਹੁੰਦੀ ਆ ਦੋ ਚਾਰਜਾਂ ਦੇ ਵਿਚਕਾਰ। ਅਗਰ ਆਪਾਂ ਫ੍ਰੀ ਸਪੇਸ ਜਾਂ ਵੈਕਿਊਮ ਜਾਂ 에ਅਰ ਨੂੰ ਛੱਡ ਕੇ ਕੋਈ ਵੀ ਮੀਡੀਅਮ ਲੈ ਲਈਏ, ਕੋਈ ਵੀ, ਹਮੇਸ਼ਾ ਉਹਦੇ ਵਿੱਚ ਫੋਰਸ ਘਟਦੀ ਹੁੰਦੀ ਹੈ। ਤੇ ਕਿਵੇਂ ਘਟਦੀ ਆ ਉਹ ਤੁਹਾਨੂੰ ਮੈਂ ਹੁਣ ਦੱਸੂਗਾ। ਹਾਂ ਬੇਟਾ, ਮੰਨ ਲਓ ਦੋ ਚਾਰਜ ਪਾਣੀ 'ਚ ਪਏ ਨੇ, ਤੇ ਉਹਨਾਂ ਵਿਚਕਾਰ ਜੋ ਫੋਰਸ ਲੱਗ ਰਹੀ ਆ ਬੇਟਾ, ਉਹ ਫੋਰਸ ਨੂੰ ਆਪਾਂ ਰਿਪਰੈਜ਼ੈਂਟ ਕਰਾਂਗੇ F ਮੀਡੀਅਮ ਨਾਲ। ਇਹਦਾ ਮਤਲਬ ਆ ਕਿ ਜੋ ਫੋਰਸ ਆ ਕਿਹਦੇ 'ਚ ਲੱਗ ਰਹੀ ਆ, ਮੀਡੀਅਮ ਦੇ ਵਿੱਚ ਲੱਗ ਰਹੀ ਆ। ਕਿਵੇਂ ਹੋਗੀ, ਫੋਰਸ ਇਜ਼ ਇਕੁਅਲ ਟੂ 1/4 ਪਾਈ ਐਪਸੀਲਨ। ਯੈਸ ਬੇਟਾ, ਸਭ ਤੋਂ ਵੱਡਾ ਡਿਫਰੈਂਸ ਕੀ ਆ ਰਿਹਾ, ਵੱਡਾ ਡਿਫਰੈਂਸ ਆ ਰਿਹਾ ਵਾ ਕਿ ਇੱਥੇ ਜੋ ਮੈਂ ਫੋਰਸ ਲਈ ਸੀ, ਇੱਥੇ ਮੈਂ ਐਪਸੀਲਨ ਨਾਟ ਲਿਆ ਵਾ। ਇੱਥੇ ਬੇਟਾ ਮੈਂ ਇਕੱਲਾ ਹੀ ਕੀ ਲੈ ਰਿਹਾ, ਇੱਥੇ ਮੈਂ ਲੈ ਰਿਹਾ ਐਪਸੀਲਨ, ਬਾਕੀ ਸਾਰਾ ਕੁਝ ਸੇਮ ਆ। ਦੇਖੋ Q1 Q2 upon r square, Q1 Q2 upon r square। ਡਿਫਰੈਂਸ ਕਿਹੜੀ ਚੀਜ਼ ਦਾ ਆ ਰਿਹਾ ਬੇਟਾ, ਡਿਫਰੈਂਸ ਆ ਰਿਹਾ ਸਿਰਫ ਪਰਮਿਟਿਵਿਟੀ ਦਾ। ਤੇ ਐਪਸੀਲਨ ਨੂੰ ਬੇਟਾ ਕੀ ਕਿਹਾ ਜਾਂਦਾ, ਐਪਸੀਲਨ ਨੂੰ ਕਿਹਾ ਜਾਂਦਾ ਵਾ ਐਬਸੋਲਿਊਟ ਪਰਮਿਟਿਵਿਟੀ ਆਫ ਮੀਡੀਅਮ। ਤੇ ਇੱਥੇ ਮੈਂ ਕੀ ਕਿਹਾ ਸੀ, ਐਬਸੋਲਿਊਟ ਪਰਮਿਟਿਵਿਟੀ ਆਫ ਫ੍ਰੀ ਸਪੇਸ। ਪ੍ਰਿਮਿਟਿਵਿਟੀ ਹੀ ਬੇਟਾ ਉਹ ਮੇਨ ਚੀਜ਼ ਆ ਜਿਹਨੂੰ ਅਸੀਂ ਹੁਣ ਕੰਪੇਅਰ ਕਰਨਾ ਵਾ। ਕੀ ਕੈਲਕੂਲੇਟ ਕਰਨ ਦੇ ਲਈ, ਕੈਲਕੂਲੇਟ ਦਾ ਫੋਰਸ ਬਿਟਵੀਨ ਟੂ ਚਾਰਜਸ। ਹਾਂ ਬੇਟਾ, ਦੋ ਚਾਰਜਾਂ ਵਿਚਕਾਰ ਫੋਰਸ ਘਟੂਗੀ ਜਾਂ ਫੋਰਸ ਵਧੂਗੀ, ਉਹ ਸਿਰਫ ਕੌਣ ਡਿਸਾਈਡ ਕਰਦਾ, ਸਿਰਫ ਡਿਸਾਈਡ ਕਰਦੀ ਹੈ ਬੇਟਾ ਮੀਡੀਅਮ ਦੀ ਪ੍ਰਿਮਿਟਿਵਿਟੀ। ਹਾਂ ਬੇਟਾ, ਮੈਂ ਦੱਸਿਆ ਸੀ ਜਦੋਂ ਆਪਾਂ ਫੋਰਸ ਨੂੰ ਕੰਪੇਅਰ ਕਰਨਾ ਹੁੰਦਾ ਤਾਂ ਆਪਾਂ ਨੂੰ ਕੀ ਕਰਨਾ ਪੈਂਦਾ ਵਾ, ਫੋਰਸ ਨੂੰ ਕੰਪੇਅਰ ਕਰਨ ਦੇ ਲਈ ਆਪਾਂ ਨੂੰ ਇੱਕ ਸਟੈਂਡਰਡ ਵੈਲਿਊ ਲੈਣੀ ਪੈਂਦੀ ਹੈ। ਸਟੈਂਡਰਡ ਵੈਲਿਊ ਕੌਣ ਸੀ, ਉਹ ਸੀਗੀ 에ਅਰ, ਜਿਹਨੂੰ ਆਪਾਂ ਵੈਕਿਊਮ ਜਾਂ ਫ੍ਰੀ ਸਪੇਸ ਵੀ ਕਿਹਾ ਸੀ।
हाँ बेटा जो फोर्स लग रही आ मीडियम दे विच ਉਹੀ ਫੋਰਸ ਨੂੰ ਆਪਾਂ ਕੰਪੇਅਰ ਕਰਾਂਗੇ ਕਿਹਦੇ ਨਾਲ ਜੋ ਫੋਰਸ ਲੱਗ ਰਹੀ ਆ ਬੇਟਾ ਕਾਹਦੇ ਵਿੱਚ ਵੈਕਿਊਮ ਦੇ ਵਿੱਚ ਲੱਗ ਰਹੀ ਆ ਠੀਕ ਹੈ ਜੀ ਤੇ ਕਿਵੇਂ ਕੌਣ ਡਿਸਾਈਡ ਕਰੂਗਾ ਬੇਟਾ ਡਿਸਾਈਡ ਕਰੂਗਾ ਪਰਮਿਟਿਵਿਟੀ ਤੁਸੀਂ ਦੇਖੋਗੇ ਕਿਉਂਕਿ ਦੋਨੇ ਫੋਰਸਾਂ ਵਿੱਚ ਕਿਹੜੀ ਕਿਹੜੀ ਚੀਜ਼ ਸੇਮ ਆ ਬੇਟਾ 1/4 ਪਾਈ ਉਰੇ ਵੀ ਸੇਮ ਆ ਉਰੇ ਵੀ ਸੇਮ ਆ Q1 Q2 ਉਰੇ ਵੀ ਸੇਮ ਆ ਉਰੇ ਵੀ ਸੇਮ ਆ r² ਉਰੇ ਵੀ ਸੇਮ ਆ r ਉਰੇ ਵੀ ਸੇਮ ਆ तो फर्क किहड़ी चीज दा आ रहा बेटा फर्क आ रहा इत्थे एप्सिलन आ ते इत्थे की है बेटा एप्सिलन नॉट आ ते हरेक मीडियम दी बेटा अपनी एप्सिलन दी वैल्यू हुंदी आ एग्जांपल दे तौर ते मैं लिखिया भी है इत्थे एवरी मीडियम हैज इट्स ओन वैल्यू ऑफ एब्सोल्यूट परमिटिविटी बेटा वाटर दी परमिटिविटी दी वैल्यू कुछ होर होगी ग्लास की कुछ होर होगी ऑयल की कुछ होर होगी पेपर की कुछ होर होगी एग्जाम्पल के तौर में लिख देना वा जो एब्सोल्यूट परमिटिविटी आ मीडियम दी मान लो अगर बेटा वाटर आ वाटर की वैल्यू हुंदी आ 80 ते कितनी वैल्यू होगी साडे स्टैंडर्ड दी स्टैंडर्ड मतलब जो फ्री स्पेस है बेटा तुसीं याद रखनी आ जो तुहाडी बेटा वैल्यू आ वैक्यूम दी ਜਾਂ बेटा जिसनों ਆਪਾਂ ਕੀ ਕਹਿੰਦੇ ਆ जिसनों ਆਪਾਂ 에ਅਰ ਵੀ ਕਹਿ ਦਿੰਦੇ ਆ ਜਾਂ बेटा जिसनों ਆਪਾਂ फ्री स्पेस भी कहने ਆ इन्हां सब दी बेटा जो वैल्यू है वो किहदे इक्वल आ वो इक्वल है 1 दे हाँ बेटा वैक्यूम दी वैल्यू 1 होने दे करके ही हमेशा इहदे विच जो फोर्स लगदी आ वो फोर्स की हुंदी आ मैक्सिमम हुंदी आ क्योंकि इहदी वैल्यू बेटा 1 ਤੁਸੀਂ ਇੱਥੇ ਵੈਲਿਊ 1 ਪੁੱਟ ਕਰ ਦਿਓ ਤਾਂ ਜੋ ਤੁਹਾਡਾ ਐਪਸਿਲਨ ਵੈਕਿਊਮ ਦਾ ਜਾਂ 에ਅਰ ਦਾ ਜਾਂ ਫ੍ਰੀ ਸਪੇਸ ਦਾ ਉਹ ਫੋਰਸ ਦੇ ਉੱਪਰ ਕੋਈ ਵੀ ਅਸਰ ਪਾਈ ਨਹੀਂ ਰਿਹਾ ਇਸ ਕਰਕੇ ਬੇਟਾ ਫੋਰਸ ਬਿਲਕੁਲ ਕੀ ਰਹਿੰਦੀ ਆ ਮੈਕਸਿਮਮ ਬਟ ਹਰ ਇੱਕ ਮੀਡੀਅਮ ਦੀ ਬੇਟਾ ਦੀ ਆਪਣੀ ਵੈਲਿਊ ਹੁੰਦੀ ਹੈ ਐਗਜ਼ਾਮਪਲ ਦੇ ਤੌਰ ਤੇ ਵਾਟਰ ਦੀ ਵੈਲਿਊ ਕੀ ਹੁੰਦੀ ਹੈ 80 ਹੁਣ 80 ਵੈਲਿਊ ਫੋਰਸ ਦੇ ਉੱਪਰ ਅਸਰ ਪਾਊਗੀ ਯਾਨੀ ਹੁਣ ਆਪਾਂ ਕਰਨਾ ਕੀ ਆ ਹਾਂਜੀ ਆਪਾਂ ਹੁਣ ਕਰਨਾ ਵਾ ਕੰਪੈਰੀਜ਼ਨ ਕੰਪੇਅਰ ਕਰਨਾ ਵਾ इन्हां दोनों मीडियम दे एब्सोल्यूट परमिटिविटी नूं आपस में कंपेयर करना किवें देखो बेटा आ वा तकड़ी तकड़ी दे विच आपां लिया वा इत्थे लई आ बेटा एब्सोल्यूट परमिटिविटी किहदी मीडियम दी जिन्हों बेटा आपां कंपेयर करना कि कंपेयर किहदे नाल करना हमेशा आपां कंपेयर करदे हां स्टैंडर्ड नाल ते स्टैंडर्ड वैल्यू आपां नूं पता लग चुकी है बेटा स्टैंडर्ड वैल्यू है अपनी कौन फ्री स्पेस जां जिसनूं बेटा की कहने आ वैक्यूम जिहदी वैल्यू कितनी आ हाँ बेटा ऊपर भी दस चुके वा एप्सिलन नॉट की वैल्यू हमेशा ही की हुंदी है बेटा हमेशा हुंदी है 1 इस करके हुण आपां इहनूं दे नाल करांगे कंपेयर ते देखांगे कि एप्सिलन की वैल्यू एप्सिलन नॉट दे नालों वध रही आ जां घट रही आ ते कंपैरिजन नूं आपां मैथमैटिकली किवें करांगे उहनूं करन दा तरीका है कि जो फोर्स बेटा तुहाडी वैक्यूम दे विच जां एयर च लग रही आ उहनूं तुसीं बेटा डिवाइड करोगे किहदे नाल डिवाइड करोगे जो फोर्स किहदे नाल लग रही आ मीडियम दे विच यस आवा फोर्स लिखी बेटा वैक्यूम दी कितनी है 1/4 पाई एप्सिलन नॉट Q1 Q2 अपॉन r² लिख लिया डिवाइड बाय फोर्स मीडियम च कितनी सी बेटा 1/4 पाई एप्सिलन याद रखना नॉट नहीं लगाना 1/4 पाई एप्सिलन Q1 Q2 अपॉन r² बेटा कट्टिया की गया Q1 Q2 ये कट्टिया गया r² ना r² कट्टिया गया 1/4 पाई ना 1/4 पाई कट्टिया गया हाँ बेटा हुण ये ऊपर चले जाऊगा ये आ जाऊगा नीचे ते फोर्स वैक्यूम अपॉन फोर्स मीडियम की वैल्यू कितनी आ गई बेटा एप्सिलन और एप्सिलन डिवाइड बाय एप्सिलन नॉट हाँ बेटा एप्सिलन परमिटिविटी की सी मीडियम दी ते एप्सिलन नॉट की है बेटा वो हैगी आ फ्री स्पेस की ਤੇ ਦੋਨਾਂ ਨੂੰ ਡਿਵਾਈਡ ਕਰਨ ਤੋਂ ਬਾਅਦ ਆਪਾਂ ਨੂੰ ਆਨਸਰ ਕੀ ਮਿਲਿਆ ਆਨਸਰ ਮਿਲਿਆ F ਵੈਕਿਊਮ ਡਿਵਾਈਡ ਬਾਈ F ਮੀਡੀਅਮ ਇਜ਼ ਇਕੁਅਲ ਟੂ ਐਪਸਿਲਨ ਡਿਵਾਈਡ ਬਾਈ ਐਪਸਿਲਨ ਨॉट ਹਾਂ ਬੇਟਾ ਜਿਹੜੀ ਇਹ ਰੇਸ਼ੋ ਸਾਡੇ ਕੋਲ ਆਈ ਹੈ ਨਾ ਐਪਸਿਲਨ ਅਪਨ ਐਪਸਿਲਨ ਨॉट ਇਹਨਾਂ ਦੋਨਾਂ ਦੀ ਰੇਸ਼ੋ ਨੂੰ ਹੀ ਬੇਟਾ ਕਿਹਾ ਜਾਂਦਾ ਵਾ ਰਿਲੇਟਿਵ ਪਰਮਿਟਿਵਿਟੀ ਜਿਸ ਵਿੱਚ ਬੇਟਾ ਆਪਾਂ ਦੋਨਾਂ ਮੀਡੀਅਮ ਨੂੰ ਆਪਸ ਵਿੱਚ ਰਿਲੇਟ ਕਰਤਾ ਕੰਪੇਅਰ ਕਰਤਾ ਤੇ ਦੋਨਾਂ ਨੂੰ ਤੋਲ ਕੇ ਦੇਖਿਆ ਇਹਦੀ ਵੈਲਿਊ ਜ਼ਿਆਦਾ ਵਾ ਤੇ ਜਿਹਦੀ ਵੈਲਿਊ ਘੱਟ ਆ ਤੇ ਰਿਲੇਟਿਵ ਪਰਮਿਟਿਵਿਟੀ ਨੂੰ ਕਿਹਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਬੇਟਾ ਐਪਸਿਲਨ r ਦੇ ਨਾਲ ਇਸ ਕਰਕੇ ਬੇਟਾ ਮੈਂ
ਇਹ ਦੋਨਾਂ ਦੀ ਰੇਸ਼ੋ ਨੂੰ ਕਿਹਦੇ ਬਰਾਬਰ ਰੱਖਦਾ ਐਪਸਲਨ ਆਰ, ਯਾਨੀ ਕਿ ਐਪਸਲਨ ਆਰ ਕਿਹਦੇ ਬਰਾਬਰ ਆ ਚੁੱਕਿਆ ਵਾ ਐਪਸਲਨ ਅਪਨ ਐਪਸਲਨ ਨਾਟ। हाँ बेटा दूसरा नाम की सी ਇਹਦਾ डाइलैक्ट्रिक कांस्टेंट, ਜਿਸ ਨੂੰ ਕੀ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ k ਨਾਲ। हाँ बेटा ਤੁਸੀਂ ਐਪਸਲਨ r ਦੀ ਥਾਂ ਤੇ k ਵੀ ਲਿਖ ਸਕਦੇ ਹੋ, ਕੋਈ ਫਰਕ ਨਹੀਂ, ਬਿਲਕੁਲ ਸੇਮ ਚੀਜ਼ ਹੈ। ਸੋ बेटा ਇੱਥੇ ਹੁਣ ਮੈਂ ਐਪਸਲਨ r ਦੀ ਥਾਂ ਤੇ k ਲਿਖਤਾ, ਆ ਬਿਲਕੁਲ ਸੇਮ ਆ। ਇਸ ਨੂੰ बेटा ਤੁਸੀਂ ਰਿਲੇਟਿਵ ਪਰਮਿਟਿਵ ਬੋਲੋਗੇ, ਇਸ ਨੂੰ बेटा ਤੁਸੀਂ डाइलैक्ट्रिक कांस्टेंट ਬੋਲੋਗੇ, ਹੋਰ ਕਿਸੇ ਚੀਜ਼ ਦਾ ਫਰਕ ਨਹੀਂ ਹੈਗਾ। ਚਲੋ ਜੀ ਹੁਣ ਆਪਾਂ ਦੇਖਦੇ ਹਾਂ। हाँ बेटा ਹੁਣ ਆਪਾਂ ਇੱਥੇ ਵੈਲਿਊ ਕੱਢਾਂਗੇ ਕਿਹਦੀ, ਹੁਣ ਆਪਾਂ ਵੈਲਿਊ ਕੱਢਾਂਗੇ ਐਪਸਲਨ ਦੀ। ਐਪਸਲਨ ਦੀ ਵੈਲਿਊ ਕਿਵੇਂ ਨਿਕਲੂਗੀ, ਇਹਨੂੰ ਚੱਕ ਕੇ ਬੇਟਾ ਦੂਜੇ ਪਾਸੇ ਲੈ ਆਓ, ਤਾਂ ਦੂਜੇ ਪਾਸੇ ਲੈ ਕੇ ਜਾਵਾਂਗੇ ਤਾਂ ਆਊਗਾ ਕਿ ਐਪਸਲਨ ਇਜ਼ ਇਕੁਅਲ ਟੂ ਰਿਲੇਟਿਵ ਪਰਮਿਟਿਵਿਟੀ ਐਪਸਲਨ ਆਰ ਮਲਟੀਪਲਾਈ ਐਪਸਲਨ ਨਾਟ। ਇਹ ਜਾ ਕੇ ਬੇਟਾ ਇਹਦੇ ਨਾਲ ਮਲਟੀਪਲਾਈ ਹੋ ਗਿਆ। ਇਹੀ ਚੀਜ਼ ਨੂੰ ਬੇਟਾ ਆਪਾਂ ਹੋਰ ਕਿਸ ਤਰ੍ਹਾਂ ਲਿਖ ਸਕਦੇ ਹਾਂ, ਇਹਨੂੰ ਚੱਕ ਕੇ ਇਧਰਲੇ ਪਾਸੇ ਲੈ ਆਓ ਤਾਂ ਐਪਸਲਨ ਇਜ਼ ਇਕੁਅਲ ਟੂ k ਐਪਸਲਨ ਨਾਟ। ਬੇਟਾ ਬਿਲਕੁਲ ਸੇਮ ਚੀਜ਼ ਆ, ਬਾਅਦ ਤੁਸੀਂ ਐਪਸਲਨ r ਦੀ ਥਾਂ ਤੇ ਕੀ ਲਿਖ ਦੋ ਬੇਟਾ k ਲਿਖ ਦੋ, ਦੋਨਾਂ 'ਚ ਕੋਈ ਫਰਕ ਨਹੀਂ, ਦੋਨੇ ਬਿਲਕੁਲ ਸੇਮ ਚੀਜ਼ਾਂ ਨੇਗੀਆਂ। ਲਓ ਜੀ ਆ ਸੀ ਫੋਰਸ ਜੋ ਮੀਡੀਅਮ 'ਚ ਲੱਗ ਰਹੀ ਆ 1/4 ਪਈ ਐਪਸਲਨ q1 q2 r ਸਕੁਅਰ, ਤੇ ਬੇਟਾ ਐਪਸਲਨ ਦੀ ਵੈਲਿਊ ਕਿੰਨੀ ਆ, ਉਹ ਹੈਗੀ ਆ ਐਪਸਲਨ r ਇਨਟੂ ਐਪਸਲਨ ਨਾਟ, ਜੋ ਕਿ ਬੇਟਾ ਇੱਥੇ ਪੁੱਟ ਕਰ ਦੋ, ਤੇ ਪੁੱਟ ਕਰਦੇ ਰਿਜ਼ਲਟ ਕੀ ਮਿਲਿਆ ਦਿਸ 1/4 ਪਾਈ ਐਪਸਲਨ ਨਾਟ। ਐਪਸਲਨ ਦੀ ਵੈਲਿਊ ਪੁੱਟ ਕਰਤੀ ਬੇਟਾ ਕਿੰਨੀ ਹੈ ਐਪਸਲਨ r ਇਨਟੂ ਐਪਸਲਨ ਨਾਟ q1 q2 r ਸਕੁਅਰ। ਹੁਣ ਬੇਟਾ ਆਪਾਂ ਨੂੰ ਪਤਾ ਲੱਗੂ ਕਿ ਫੋਰਸ ਘਟੀ ਆ ਜਾਂ ਫੋਰਸ ਵਧੀ ਆ, ਉਹ ਕਿਵੇਂ ਪਤਾ ਲੱਗੂ, ਐਗਜ਼ਾਮਪਲ ਦੇ ਨਾਲ। ਆ ਬੇਟਾ ਐਗਜ਼ਾਮਪਲ ਆ, ਆਪਾਂ ਨੂੰ ਪਤਾ ਜੋ ਐਪਸਲਨ ਨਾਟ ਆ ਬੇਟਾ ਉਹਦੀ ਵੈਲਿਊ ਫਿਕਸ ਆ, ਉਹਦੀ ਵੈਲਿਊ ਕਿੰਨੀ ਆ 1, ਤੇ ਮੈਂ ਹੁਣੇ ਦੱਸ ਕੇ ਹਟਿਆ ਬੇਟਾ ਵਾਟਰ ਦੀ ਵੈਲਿਊ ਕਿੰਨੀ ਆ, ਵਾਟਰ ਦੀ ਵੈਲਿਊ ਹੈਗੀ ਆ ਬੇਟਾ 80, ਤੇ ਰਿਲੇਟਿਵ ਪਰਮਿਟਿਵਿਟੀ ਦਾ ਫਾਰਮੂਲਾ ਕੀ ਹੁੰਦਾ ਐਪਸਲਨ ਅਪਨ ਐਪਸਲਨ ਨਾਟ। ਬੇਟਾ ਐਪਸਲਨ ਦੀ ਵੈਲਿਊ ਕਿੰਨੀ ਆ 80, ਤੇ ਐਪਸਲਨ ਨਾਟ ਦੀ ਵੈਲਿਊ ਕਿੰਨੀ ਆ ਬੇਟਾ 1, तो 80 ਨੂੰ 1 ਨਾਲ ਡਿਵਾਈਡ ਕਰਾਂਗੇ ਤਾਂ ਰਿਲੇਟਿਵ ਪਰਮਿਟਿਵਿਟੀ ਦੀ ਵੈਲਿਊ ਕਿੰਨੀ ਆ ਚੁੱਕੀ ਆ 80। ਸੋ ਇਸ ਕਰਕੇ ਬੇਟਾ ਇੱਥੇ ਮੈਂ ਰਿਲੇਟਿਵ ਪਰਮਿਟਿਵਿਟੀ ਦੀ ਵੈਲਿਊ ਪੁੱਟ ਕੀਤੀ, ਉਹ ਕਿੰਨੀ ਆ 80, ਤੇ ਐਪਸਲਨ ਨਾਟ ਦੀ ਵੈਲਿਊ ਕਿੰਨੀ ਆ ਬੇਟਾ ਉਹ ਆ 1। ਸੋ ਬੇਟਾ ਸਾਡੇ ਹੁਣ ਥੱਲੇ ਜੋ ਡਿਨੋਮੀਨੇਟਰ 'ਚ ਵੈਲਿਊ ਆਈ ਆ ਉਹ ਕਿੰਨੀ ਆ ਬੇਟਾ 80 ਆ, ਡਿਵਾਈਡ ਵਿੱਚ 80 ਆ। ਇਹਦਾ ਮਤਲਬ ਕੀ ਆ ਕਿ ਜੋ ਫੋਰਸ ਮੀਡੀਅਮ ਦੇ ਵਿੱਚ ਲੱਗ ਰਹੀ ਆ ਉਹ ਵੈਕਿਊਮ ਦੇ ਨਾਲੋਂ 80 ਗੁਣਾ ਘਟ ਗਈ। ਯੈਸ ਬੇਟਾ, ਜਿੰਨੀ ਜ਼ਿਆਦਾ ਵੈਲਿਊ ਐਪਸਲਨ ਆਰ ਦੀ ਹਾਈ ਹੋਊਗੀ ਜਾਂ ਜਿੰਨੀ ਜ਼ਿਆਦਾ ਵੈਲਿਊ ਬੇਟਾ ਤੁਹਾਡੀ ਡਾਈਲੈਕਟ੍ਰਿਕ ਕਾਂਸਟੈਂਟ k ਦੀ ਜ਼ਿਆਦਾ ਹੋਊਗੀ, ਉਨੀ ਜ਼ਿਆਦਾ ਫੋਰਸ ਮੀਡੀਅਮ 'ਚ ਘਟਦੀ ਜਾਊਗੀ। ਤੇ ਵਾਟਰ ਦੇ ਕੇਸ ਦੇ ਵਿੱਚ ਜੋ ਫੋਰਸ ਆ ਬੇਟਾ ਉਹ 80 ਗੁਣਾ ਘਟ ਚੁੱਕੀ ਆ। ਹਾਂ ਬੇਟਾ, ਇਸ ਨੂੰ ਆਪਾਂ ਐਪਸਲਨ ਮੀਡੀਅਮ ਵੀ ਲਿਖ ਸਕਦੇ, ਇਹਨੂੰ k ਵੀ ਲਿਖ ਸਕਦੇ, ਤੇ k ਦੀ ਵੈਲਿਊ ਬੇਟਾ 80 ਆ। ਇਹਨੂੰ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ 1/4 ਪਾਈ k q1 q2 r ਸਕੁਅਰ, ਤੇ k ਦੀ ਵੈਲਿਊ ਕਿੰਨੀ ਆ, ਹਾਂ ਬੇਟਾ k ਦੀ ਵੈਲਿਊ ਹੈਗੀ ਆ 80, ਤੇ ਜੋ ਫੋਰਸ ਆ ਉਹ ਕਿੰਨੇ ਗੁਣਾ ਘਟ ਚੁੱਕੀ ਆ ਬੇਟਾ, ਫੋਰਸ 80 ਗੁਣਾ ਘਟ ਚੁੱਕੀ ਆ। ਅਗਰ ਮੈਂ ਸਿੰਪਲ ਵਰਡ 'ਚ ਰਿਜ਼ਲਟ ਬੋਲਾਂ, ਮੋਰ ਦਾ ਵੈਲਿਊ ਆਫ ਰਿਲੇਟਿਵ ਪਰਮਿਟਿਵਿਟੀ, ਜਿੰਨੀ ਜ਼ਿਆਦਾ ਬੇਟਾ ਰਿਲੇਟਿਵ ਪਰਮਿਟਿਵਿਟੀ ਜ਼ਿਆਦਾ ਹੋਊਗੀ ਉਨੀ ਜ਼ਿਆਦਾ ਫੋਰਸ ਦੀ ਵੈਲਿਊ ਘੱਟ ਹੋਊਗੀ। ਮੋਰ ਦਾ ਵੈਲਿਊ ਆਫ ਰਿਲੇਟਿਵ ਪਰਮਿਟਿਵਿਟੀ ਲੈਸਰ ਦਾ ਵੈਲਿਊ ਆਫ ਫੋਰਸ, ਉਨੀ ਜ਼ਿਆਦਾ ਬੇਟਾ ਫੋਰਸ ਘਟਦੀ ਜਾਊਗੀ। ਅਗਰ ਮੰਨ ਲਓ ਬੇਟਾ ਕੋਈ ਮੀਡੀਅਮ ਦੀ ਰਿਲੇਟਿਵ ਪਰਮਿਟਿਵਿਟੀ 110 ਹੁੰਦੀ ਹੈ, ਇਹਦਾ ਮਤਲਬ ਆ ਕਿ ਜਿਹੜੀ ਫੋਰਸ ਆ ਉਹ ਫ੍ਰੀ ਸਪੇਸ ਨਾਲੋਂ ਕਿੰਨੇ ਗੁਣਾ ਘਟ ਜਾਊਗੀ, ਉਹ ਫ੍ਰੀ ਸਪੇਸ ਨਾਲੋਂ 110 ਗੁਣਾ ਫੋਰਸ ਬੇਟਾ ਘਟ ਜਾਊਗੀ। ਸੋ ਇਹ ਸੀ ਬੇਟਾ ਸਾਡਾ ਟੌਪਿਕ ਜੋ ਸੀਗਾ ਰਿਲੇਟਿਵ ਪਰਮਿਟਿਵਿਟੀ, ਜਾਂ ਜਿਸ ਨੂੰ ਬੇਟਾ ਆਪਾਂ ਕੀ ਕਹਿੰਦੇ ਡਾਈਲੈਕਟ੍ਰਿਕ ਕਾਂਸਟੈਂਟ। ਤੇ ਆ ਡਾਈਲੈਕਟ੍ਰਿਕ ਕਾਂਸਟੈਂਟ ਪਤਾ ਕਿਵੇਂ ਲੱਗਦਾ, ਕਿਵੇਂ ਪਤਾ ਲੱਗਦਾ ਕਿ ਇਹਦੀ ਵੈਲਿਊ ਬੇਟਾ 80 ਆ, ਜੇ ਇਹਦੀ ਵੈਲਿਊ ਬੇਟਾ 1 ਆ, ਜੇ ਇਹਦੀ ਵੈਲਿਊ ਬੇਟਾ ਕੀ ਹੈ 110। ਇਹ ਬੇਟਾ ਇੱਕ ਐਕਸਪੈਰੀਮੈਂਟ ਹੁੰਦਾ ਜਿਸ ਨੂੰ ਕਹਿੰਦੇ ਆ 4 ਪ੍ਰੋਬ ਐਕਸਪੈਰੀਮੈਂਟ, ਜੋ ਕਿ ਬੱਚੇ ਬਹੁਤ ਹਾਇਰ ਕਲਾਸਿਸ ਵਿੱਚ ਜਾ ਕੇ ਕਰਦੇ ਨੇਗੇ, ਤੇ ਉੱਥੋਂ ਸਾਨੂੰ ਪਤਾ ਲੱਗਦੀਆਂ ਕਿ ਵੈਲਿਊਜ਼ ਕਿਹਦੀ ਵੈਲਿਊ 80 ਆ, ਜਿਹਦੀ ਵੈਲਿਊ 1 ਆ। ਆਈ ਹੋਪ ਤੁਹਾਨੂੰ ਇਹ ਟੌਪਿਕ ਬਹੁਤ ਜ਼ਿਆਦਾ ਡਿਟੇਲ ਸਮਝ ਲੱਗਿਆ ਹੋਊਗਾ। ਅਸੀਂ ਕਾਫੀ ਜ਼ਿਆਦਾ ਟਾਈਮ ਇਹ ਟੌਪਿਕਸ ਇਨਵੈਸਟ ਕੀਤਾ। ਸੋ ਥੈਂਕ ਯੂ ਬੇਟਾ। ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ। ਆਈ ਹੋਪ ਤੁਸੀਂ ਘਰੇ ਹੋਵੋਗੇ, ਤੇ ਬੇਟਾ ਘਰੇ ਰਹਿ ਕੇ ਘਰ ਤੋਂ ਸਟੱਡੀ ਕਰਨੀ ਆ, ਬਾਹਰ ਨਹੀਂ ਨਿਕਲਣਾ। ਸੋ ਥੈਂਕ ਯੂ।